देखा जा रहा कि उत्ते दिल्ली च गल्लां भी हो रही ने, मीटिंगां हो रही, पर कोई सिट्टा नहीं निकल रहा। सिट्टा वीर जी उन्ना चिर नहीं निकलना जिन्ना चिर दिल्ली नूं सेक नहीं लगता। हौली 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 रोह वध रहा। मैं रोह नहीं कहूँगा, मैं ये कहूँगा कि अज धुआं निकल रहा वा। ਜਿਹੜੀ ਇਹ ਸਰਕਾਰ ਆ ਅਸੀਂ ਇਸ ਤਰ੍ਹਾਂ ਦੀ ਸਰਕਾਰ ਨਹੀਂ ਚੱਲਣ ਦੇਵਾਂਗੇ। ਕੁਝ ਦਿਨਾਂ ਦੇ ਵਿੱਚ ਇਦਾਂ ਦਾ ਭਾਂਬੜ ਬਲੂਗਾ ਕਿ ਦਿੱਲੀ ਸਰਕਾਰ ਦੀਆਂ ਚੀਕਾਂ ਨਿਕਲ ਜਾਣਗੀਆਂ। ਮੋਦੀ ਦੇ ਚਿੱਤੜਾਂ ਨੂੰ ਸੇਕ ਲਵਾ ਕੇ ਹਟਾਂਗੇ। ਜਿਹੜੀ ਮੋਦੀ ਸਰਕਾਰ ਹੈ ਜਾਂ ਤਾਂ ਉਹ ਆਰਡੀਨੈਂਸ ਵਾਪਸ ਲੈ ਲਵੇ ਜਾਂ ਇਸ ਨੂੰ ਟੋਟਲੀ ਤੌਰ ਤੇ ਚੇਂਜ ਕਰ ਦੇਵੇ। ਯੂਪੀ ਸਰਕਾਰ ਕਿਤੇ ਨਾ ਕਿਤੇ ਦਲਿਤਾਂ ਦੇ ਨਾਲ ਵਿਤਕਰਾ ਕਰਦੀ ਨਜ਼ਰ ਆਉਂਦੀ ਹੈ। ਉਹਦਾ ਅਸੀਂ ਨਿਆਂ ਲੈਣ ਲਈ ਤਤਪਰ ਹਾਂ। ਇਹ ਜਿੰਨੀ ਵੀ ਆਪਾਂ ਲੜਾਈ ਲੜ ਰਹੇ ਆ ਇਹ ਤੇ ਮੂਮੈਂਟਰਲੀ ਲੜਾਈ ਹੈ। ਅਗਰ ਤੁਸੀਂ ਇਹਨੂੰ ਪਰਮਾਨੈਂਟਲੀ ਹਮੇਸ਼ਾ ਲਈ ਸੋਲਵ ਕਰਨਾ ਚਾਹੁੰਦੇ ਹੋ, ਪੜ੍ਹਾਈ ਦੀ ਬਾਂਹ ਫੜ ਲਓ। ਜਿਹੜਾ ਜਦੋਂ ਤੁਹਾਡੇ ਦਿਮਾਗ 'ਚ ਤੁਸੀਂ ਪੜ੍ਹ ਲਿਖ ਗਏ, ਤੁਹਾਨੂੰ ਸਮਝ ਆ ਗਈ ਮੇਰਾ ਹੱਕ ਕੀ ਹੈ, ਮੇਰੀਆਂ ਡਿਊਟੀਆਂ ਕੀ ਹੈ, ਉਦੋਂ ਨਾ ਤਾਂ ਇਹ ਮੋਦੀ ਤੁਹਾਡੇ ਨਾਲ ਧੱਕਾ ਕਰ ਸਕੂਗਾ, ਨਾ ਇਹ ਜਿਹੜਾ ਯੋਗੀ ਧੱਕਾ ਕਰ ਸਕੂਗਾ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਕਰਤਾਰਪੁਰ, ਜਿੱਥੇ ਇੱਕ ਬਹੁਤ ਵਿਸ਼ਾਲ ਇਕੱਠ ਹੋਇਆ ਔਰ ਇਹ ਇਕੱਠ ਮਨੀਸ਼ਾ ਭੈਣ ਜਿਸ ਦਾ ਯੂਪੀ ਹਾਥਰਸ ਦੇ ਵਿੱਚ ਬਲਾਤਕਾਰ ਹੋਇਆ, ਗੈਂਗ ਰੇਪ ਹੋਇਆ ਔਰ ਸਰਕਾਰ ਦਾ ਜਿਹੜਾ ਵਤੀਰਾ ਹੈਗਾ ਬਹੁਤ ਢਿੱਲਾ ਰਿਹਾ। ਉਸ ਦੇ ਕੇਸ ਨੂੰ ਲੈ ਕੇ ਹਜੇ ਤੱਕ ਗ੍ਰਿਫਤਾਰੀਆਂ ਨਹੀਂ ਹੋ ਪਈਆਂ। ਦੂਸਰਾ ਮਸਲਾ ਜਿਹੜਾ ਇੱਥੇ ਗਰਮਾਇਆ ਹੋਇਆ ਉਹ ਹੈ ਕਿਸਾਨੀ ਦਾ, ਜੋ ਕਿ ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਹਨ। ਉਹਨਾਂ 'ਤੇ ਵੀ ਕੇਂਦਰ ਸਰਕਾਰ ਹਜੇ ਤੱਕ ਟਸ ਤੇ ਮਸ ਨਹੀਂ ਹੋਈ ਹੈ। ਕਿਸਾਨ ਜਿਹੜੇ ਹੈਗੇ ਲਗਾਤਾਰ ਸੜਕਾਂ 'ਤੇ ਬੈਠੇ ਆ, ਧਰਨੇ ਦੇ ਰਹੇ ਆ, ਪਰ ਹਜੇ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਪਿਘਲ ਨਹੀਂ ਰਹੀਆਂ। ਉਹਨਾਂ ਦਾ ਇਹੀ ਸੋਚ ਹੈਗੀ ਹੈ ਕਿ ਇਹ ਜਿਹੜੇ ਬਿੱਲ ਹੈਗੇ ਉਹ ਕਾਬਜ਼ ਕਰਕੇ ਹੀ ਰਹਿਣਗੇ, ਉਹ ਬਿੱਲ ਲਾਗੂ ਕਰਵਾ ਕੇ ਰਹਿਣਗੇ। ਪਰ ਕਿਸਾਨ ਵੀ ਆਪਣੀ ਜਗ੍ਹਾ 'ਤੇ ਅੜੇ ਹੋਏ ਨੇ ਕਿ ਉਹ ਬਿੱਲ ਇਹ ਕੈਂਸਲ ਕਰਵਾ ਕੇ ਰਹਿਣਗੇ। ਗੱਲਬਾਤ ਕਰਾਂਗੇ ਇੱਥੇ ਆਏ ਬੁਲਾਰਿਆਂ ਦੇ ਨਾਲ ਕਿ ਉਹਨਾਂ ਦਾ ਕਿਸਾਨੀ ਬਾਰੇ ਔਰ ਮਨੀਸ਼ਾ ਭੈਣ ਬਾਰੇ ਕੀ ਕਹਿਣਾ ਹੈ, ਉਹਨਾਂ ਵੱਲੋਂ ਕੀ ਵਿਉਂਤਬੰਦੀ ਹੈਗੀ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਕੀ ਐਕਸ਼ਨ ਹੋਏਗਾ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਅੱਛਾ ਭਾਈ, ਤੁਸੀਂ ਅੱਜ ਇੱਥੇ ਇਕੱਠ ਕੀਤਾ, ਧਰਨਾ ਲਾਇਆ, ਕੀ ਕਾਰਨ ਦੱਸੋ? ਦੇਖੋ ਕਾਰਨ ਦੋ ਜਿਹੜੇ ਮੇਨ ਕਾਰਨ ਹੈ। ਅੰਬੇਦਕਰ ਅਧਿਕਾਰ ਸੁਰੱਖਿਆ ਸੈਨਾ ਦੇ ਵੱਲੋਂ ਜਿਹੜਾ ਇਹ ਸਾਰਾ ਦਾਰੋਮਦਾਰ ਜਿਹੜਾ ਕੀਤਾ ਗਿਆ ਆ, ਉਸ ਦੇ ਵਿੱਚ ਦੋ ਜਿਹੜੇ ਮੇਨ ਕਾਰਨ ਹੈ। ਇੱਕ ਹੈਗਾ ਜੋ ਸੈਂਟਰ ਦੀ ਸਰਕਾਰ ਵੱਲੋਂ, ਮੋਦੀ ਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਆ, ਉਸ ਦੇ ਖਿਲਾਫ ਹੈ ਕਿਉਂਕਿ ਉਹ ਜਿਹੜੇ ਆਰਡੀਨੈਂਸ ਪਾਸ ਕੀਤੇ ਉਹ ਕਿਸਾਨ ਵਿਰੋਧੀ ਨੇ। ਅਤੇ ਦੂਸਰਾ ਜਿਹੜਾ ਮੇਨ ਕਾਰਨ ਹੈਗਾ ਭੈਣ ਮਨੀਸ਼ਾ ਨੂੰ ਜੋ ਦਰਿੰਦਿਆਂ ਨੇ ਜਿਹੜੀ ਉਹਦੇ ਨਾਲ ਦਰਿੰਦਗੀ ਕੀਤੀ ਆ, ਉਸ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜੀ ਇਹ ਮੰਗ ਕੀਤੀ ਗਈ ਹੈ ਜੀ। ਆਪਾਂ ਦੇਖ ਰਹੇ ਹਾਂ ਕਿ ਬਹੁਤ ਲੰਬਾ ਸਮਾਂ ਹੋ ਗਿਆ, ਆਰਡੀਨੈਂਸ ਵੀ ਪਾਸ ਹੋ ਚੁੱਕੇ ਨੇ, ਕਿਸਾਨੀ ਜਿਹੜੀ ਲਗਾਤਾਰ ਸੜਕਾਂ 'ਤੇ ਬੈਠੀ ਹੈ, ਧਰਨੇ ਦੇ ਰਹੀ ਹੈ। ਹੁਣ ਹਾਲ 'ਚ ਦੇਖਿਆ ਜਾ ਰਿਹਾ ਕਿ ਉੱਤੇ ਦਿੱਲੀ 'ਚ ਗੱਲਾਂ ਵੀ ਹੋ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ, ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ। ਇਸ 'ਤੇ ਤੁਸੀਂ ਕੀ ਕਹੋਗੇ? ਸਿੱਟਾ ਵੀਰ ਜੀ ਉਨਾ ਚਿਰ ਨਹੀਂ ਨਿਕਲਣਾ ਜਿੰਨਾ ਚਿਰ ਦਿੱਲੀ ਨੂੰ ਸੇਕ ਨਹੀਂ ਲੱਗਦਾ। ਅਤੇ ਸੇਕ ਲਾਉਣ ਦੇ ਲਈ ਜਿਹੜਾ ਸਾਨੂੰ ਇਸ ਧਰਨਿਆਂ ਤੋਂ ਇਲਾਵਾ ਸਾਨੂੰ ਹੋਰ ਵੀ ਵਿਉਂਤਬੰਦੀਆਂ, ਹੋਰ ਵੀ ਰਣਨੀਤੀਆਂ ਜਿਹੜੀਆਂ ਬਣਾਉਣ ਦੀ ਲੋੜ ਹੈ ਔਰ ਉਹ ਰਣਨੀਤੀਆਂ ਜਿਹੜੀਆਂ ਖੇਤੀ ਮਾਹਰਾਂ ਦੇ ਨਾਲ ਬੈਠ ਕੇ ਬਣਾਉਣ ਦੀ ਲੋੜ ਹੈ। ਸਾਡੇ ਜਿਹੜੇ ਇਤਿਹਾਸਕਾਰ ਹੈਗੇ ਆ, ਸੂਝਵਾਨ ਬੰਦੇ ਹੈਗੇ ਆ, ਸਾਨੂੰ ਉਹਨਾਂ ਨੂੰ ਨਾਲ ਲੈ ਕੇ ਇੱਕ ਲਾਮਬੰਦ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਇਕੱਠੇ ਚੱਲਣ ਦੀ ਲੋੜ ਹੈ, ਤਾਂ ਕਿ ਜਿਹੜਾ ਕੋਈ ਇਹੋ ਜਿਹੇ ਵਿੱਚ ਨੁਕਤਾ, ਜੇ ਇਹੋ ਜਿਹੇ ਜਿਹੜੇ ਕੋਈ ਵਿੱਚ ਸਾਡੇ ਪੁਆਇੰਟ ਰਾਈਜ਼ ਕੀਤੇ ਜਾਣ, ਜਿਸ ਦੇ ਨਾਲ ਉਹ ਜਿਹੜੀ ਮੋਦੀ ਸਰਕਾਰ ਹੈ ਜਾਂ ਤਾਂ ਉਹ ਆਰਡੀਨੈਂਸ ਵਾਪਸ ਲੈ ਲਵੇ ਜਾਂ ਇਸ ਨੂੰ ਟੋਟਲੀ ਤੌਰ 'ਤੇ ਚੇਂਜ ਕਰ ਦੇਵੇ। ਤੁਸੀਂ ਕੀ ਕਹੋਗੇ ਭਾਜੀ? ਹਾਂਜੀ, ਮੈਂ ਸੂਬਾ ਚੇਅਰਮੈਨ ਧਰਮਿੰਦਰ ਨੰਗਲ, ਭਗਵਾਨ ਵਾਲਮੀਕੀ ਅਧਿਕਾਰ ਸੁਰੱਖਿਆ ਸੈਨਾ ਤੋਂ, ਔਰ ਸਾਡੇ ਅੰਬੇਦਕਰ ਯੂਥ ਅਧਿਕਾਰ ਸੁਰੱਖਿਆ ਸੈਨਾ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਆ, ਇਹਦੇ ਵਿੱਚ ਅਸੀਂ ਦੋ ਮੁੱਦੇ ਰੱਖੇ ਆ। ਇੱਕ ਕਿਸਾਨਾਂ ਦਾ ਜੋ ਆਰਡੀਨੈਂਸ ਬਿੱਲ ਪਾਸ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ, ਉਹ ਕਿਸਾਨ ਵਿਰੋਧੀ ਬਿੱਲ ਆ, ਔਰ ਜਿਹੜਾ ਦੂਸਰਾ ਮਨੀਸ਼ਾ ਭੈਣ ਦੇ ਨਾਲ, ਸਾਡੀ ਦੇ ਨਾਲ, ਜਿਹੜਾ ਬੇਟੀ ਦੇ ਨਾਲ ਯੂਪੀ ਹਾਥਰਸ ਦੇ ਵਿੱਚ ਜਿਹੜਾ ਬਲਾਤਕਾਰ ਹੋਇਆ, ਜਿਹੜਾ ਉਹਨੂੰ ਪੂਰੀ ਤਰ੍ਹਾਂ ਜਿਹੜਾ ਨਿਆਂ ਨਹੀਂ ਦਿੱਤਾ ਗਿਆ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਆ ਅਣਦੇਖੀ ਕੀਤੀ ਗਈ ਆ, ਔਰ ਜਿਹੜੀ ਤਾਨਾਸ਼ਾਹੀ ਰਾਜ ਉੱਥੇ ਨਜ਼ਰ ਆ ਰਿਹਾ, ਕਿਉਂਕਿ ਯੂਪੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ। ਯੂਪੀ ਸਰਕਾਰ ਕਿਤੇ ਨਾ ਕਿਤੇ ਦਲਿਤਾਂ ਦੇ ਨਾਲ ਵਿਤਕਰਾ ਕਰਦੀ ਨਜ਼ਰ ਆਉਂਦੀ ਆ। ਅਤੇ ਔਰ ਅਸੀਂ ਇਸੇ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ, ਧਾਰਮਿਕ ਸੰਗਠਨਾਂ ਵੱਲੋਂ ਔਰ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਆ ਇਸ ਪ੍ਰਤੀ, ਕੇਂਦਰ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ। ਤੁਸੀਂ ਦਿਨ ਬ ਦਿਨ ਦੇਖ ਰਹੇ ਹੋ ਵੀ ਪੂਰੇ ਭਾਰਤ ਦੇ ਅੰਦਰ ਜਿਹੜਾ ਇਹ ਰੋਸ ਜਿਹੜਾ ਦਿਨ ਬ ਦਿਨ ਜਿਹੜਾ ਸੰਘਰਸ਼ ਆ ਤੇਜ਼ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਕੇਂਦਰ ਸਰਕਾਰ ਜਿਹੜਾ ਹਰ ਵਰਗ ਤੇ ਨਾਲ ਧੱਕਾ ਕਰ ਰਹੀ ਹੈ, ਚਾਹੇ ਉਹ ਜ਼ਿਮੀਂਦਾਰ ਭਰਾ ਆ, ਚਾਹੇ ਦਲਿਤ ਸਮਾਜ ਆ, ਚਾਹੇ ਅਦਰ ਸਮਾਜ ਆ। ਉਹਨਾਂ ਨੇ ਆਪਣਾ ਜਿਹੜਾ ਤਾਨਾਸ਼ਾਹੀ ਰਾਜ ਆ ਉਹ ਚਲਾਉਣ ਲਈ ਜਿਹੜੀ ਆ ਹਕੂਮਤ ਜਿਹੜੀ ਇਸ ਤਰ੍ਹਾਂ ਦੀ ਤਿਆਰ ਕੀਤੀ ਆ ਕਿ ਯੂਪੀ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਪਣਾ ਤਾਨਾਸ਼ਾਹੀ ਰਾਜ ਇੱਕ ਵਿਖਾ ਦਿੱਤਾ ਆ, ਔਰ ਜਿਹੜਾ ਉਹ ਸਾਹਮਣੇ ਨਜ਼ਰ ਆਉਂਦਾ ਆ। ਔਰ ਅਸੀਂ ਜਿਹੜੀ ਭਗਵਾਨ ਵਾਲਮੀਕੀ ਅਧਿਕਾਰ ਸੁਰੱਖਿਆ ਸੈਨਾ ਵੱਲੋਂ ਇਹੋ ਹੀ ਅਪੀਲ ਕਰਦੇ ਹਾਂ
ਕਿ ਜਿਹੜੀ ਇਹ ਸਰਕਾਰ ਆ ਇਹ ਫੇਲ ਹੋ ਚੁੱਕੀ ਆ ਔਰ ਆਪਣੇ ਸਮਾਜ ਨੂੰ ਇਹੋ ਅਪੀਲ ਕਰਦੇ ਆ ਇਸ ਤਰ੍ਹਾਂ ਦੀ ਸਰਕਾਰ ਨੂੰ ਗਾਂ ਅੱਗੇ ਤੋਂ ਇਸ ਤਰ੍ਹਾਂ ਦੀ ਸਰਕਾਰ ਕੀ ਇਸ ਤਰ੍ਹਾਂ ਦਾ ਕੋਈ ਮੈਂਬਰ ਵੀ ਨਹੀਂ ਬਣਨਾ ਚਾਹੀਦਾ ਇਸ ਸਰਕਾਰ ਦਾ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜਾ ਤਾਨਾਸ਼ਾਹੀ ਰਾਜ ਕਰਨ ਦੀ ਜਿਹੜੀ ਇਹ ਲਿੱਕੀ ਆ। ਔਰ ਮੈਂ ਬੇਨਤੀ ਕਰਦਾ ਆ ਵੀ ਸਾਰੇ ਜਣੇ ਯੂਥ ਜਿਹੜਾ ਇਕੱਠਾ ਹੋ ਕੇ ਇਸ ਤਰ੍ਹਾਂ ਦੇ ਜਿਹੜਾ ਧਰਨੇ ਪ੍ਰਦਰਸ਼ਨ ਕਰੋ ਔਰ ਜਿਹੜੀ ਇਹ ਸਰਕਾਰ ਆ ਅਸੀਂ ਇਸ ਤਰ੍ਹਾਂ ਦੀ ਸਰਕਾਰ ਨਹੀਂ ਚੱਲਣ ਦੇਵਾਂਗੇ ਔਰ ਸਮਾਜ ਦੇ ਹਿੱਤ ਲਈ ਅਸੀਂ ਸਦਾ ਜਿਹੜਾ ਤਤਪਰ ਆ। ਜੈ ਵਾਲ। ਅੱਛਾ ਭਾਈ ਤੁਹਾਡਾ ਕੀ ਕਹਿਣਾ ਭਾਜੀ? ਮੈਂ ਜੀ ਜੋਗਿੰਦਰ ਸਿੰਘ, ਵਾਲਮੀਕੀ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦਾ ਵਾਈਸ ਚੇਅਰਮੈਨ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਮੋਦੀ ਸਰਕਾਰ ਦੀਆਂ ਬੀਜੇਪੀ ਪਾਰਟੀ ਦੀਆਂ ਗਲਤ ਨੀਤੀਆਂ ਆ, ਗਲਤ ਨੀਤੀਆਂ ਨੇ ਇੱਕ ਐਡਾ ਹਊਆ, ਇੱਕ ਐਡਾ ਡਰ, ਇੱਕ ਐਡਾ ਭੈ ਖੜਾ ਕਰ ਦਿੱਤਾ ਹਰ ਇੱਕ ਦੇਸ਼ ਦਾ ਵਰਗ, ਚਾਹੇ ਉਹ ਵਪਾਰੀ ਹੋਵੇ, ਚਾਹੇ ਉਹ ਕਿਸਾਨ ਹੋਵੇ, ਚਾਹੇ ਉਹ ਮਜ਼ਦੂਰ ਹੋਵੇ, ਚਾਹੇ ਉਹ ਦੁਕਾਨਦਾਰ ਹੋਵੇ, ਅੱਜ ਸਾਰਾ ਸੜਕਾਂ 'ਤੇ ਆ। ਸੜਕਾਂ 'ਤੇ ਕਿਉਂ ਆਇਆ? ਕਿਉਂਕਿ ਮੋਦੀ ਸਰਕਾਰ ਦੀਆਂ ਐਡੀਆਂ ਗਲਤ ਨੀਤੀਆਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਔਰ ਤਬਾਹੀ ਦੇ ਕੰਢੇ 'ਤੇ ਲੈ ਜਾਂਦਾ। ਦੂਸਰੀ ਮੈਂ ਬੇਨਤੀ ਕਰਦਾ ਕਿ ਜਿਹੜਾ ਮਨੀਸ਼ਾ ਭੈਣ ਦੇ ਨਾਲ ਬਲਾਤਕਾਰ ਯੂਪੀ ਦੇ ਵਿੱਚ ਹੋਇਆ, ਉੱਥੋਂ ਦਾ ਜੋ ਆਦਿੱਤਿਆਨਾਥ ਜੋਗੀ ਦੀ ਸਰਕਾਰ ਆ ਉਹ ਬਹੁਤ ਘਟੀਆ ਤੇ ਗਲਤ ਨੀਤੀਆਂ ਦੀ ਸਰਕਾਰ ਆ। ਉਹਨਾਂ ਨੇ ਭੈਣ ਮਨੀਸ਼ਾ ਨੂੰ ਨਿਆਂ ਦੇਣ ਦੀ ਬਜਾਏ ਉਹਦਾ ਅੰਦਰੂਨੀ ਤੌਰ ਤੇ ਰਾਤ ਨੂੰ ਹੀ ਜਾ ਕੇ ਉਹਦਾ ਸੰਸਕਾਰ ਕੀਤਾ ਗਿਆ ਬਿਨਾਂ ਘਰਦੇ ਨੂੰ ਦੱਸਿਆ ਤੋਂ। ਉਹਦਾ ਅਸੀਂ ਨਿਆਂ ਲੈਣ ਲਈ ਤਤਪਰ ਹਾਂ। ਅੱਜ ਤੁਸੀਂ ਇਹ ਗੱਲ ਕਰਦੇ ਆ ਕਿ ਹੌਲੀ ਹੌਲੀ ਰੋਹ ਵੱਧ ਰਿਹਾ। ਮੈਂ ਰੋਹ ਨਹੀਂ ਕਹੂੰਗਾ, ਮੈਂ ਇਹ ਕਹੂੰਗਾ ਕਿ ਅੱਜ ਧੂੰਆਂ ਨਿਕਲ ਰਿਹਾ ਵਾ। ਕੁਝ ਦਿਨਾਂ ਦੇ ਵਿੱਚ ਇਦਾਂ ਦਾ ਭਾਂਬੜ ਬਲੂਗਾ ਕਿ ਦਿੱਲੀ ਸਰਕਾਰ ਦੀਆਂ ਚੀਕਾਂ ਨਿਕਲ ਜਾਣਗੀਆਂ। ਮੋਦੀ ਦੇ ਚਿੱਤੜਾਂ ਨੂੰ ਸੇਕ ਲਵਾ ਕੇ ਹਟਾਂਗੇ, ਉਹਨਾਂ ਚਿਰ ਅਸੀਂ ਕਰ ਨਹੀਂ ਬੈਠਾਂਗੇ ਔਰ ਇਸ ਸੰਘਰਸ਼ ਨੂੰ ਦਿਨ ਪਰ ਦਿਨ ਤੇਜ਼ ਕਰਾਂਗੇ ਤੇ ਮੋਦੀ ਸਰਕਾਰ ਦੀਆਂ ਚੀਕਾਂ ਕਢਾ ਕੇ ਹਟਾਂਗੇ। ਦੇਖੋ ਜਿਹੜਾ ਧਰਨਾ ਵੀ ਮੇਨ ਆਪਣਾ ਜਿਹੜਾ ਕਪੂਰਥਲਾ ਏਰੀਆ ਸਾਰਾ ਯੂਥ ਇੱਥੇ ਇਕੱਠਾ ਹੋਇਆ। ਅਸੀਂ ਸਰਕਾਰਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਵੀ ਜਿਹੜਾ ਯੂਥ ਆ ਕਿਸੇ ਗੱਲੋਂ ਪਿੱਛੇ ਨਹੀਂਗਾ, ਸਾਰੇ ਇਕਜੁੱਟ ਹੋ ਗਏ ਆ, ਸਾਰੇ ਜਾਗਰੂਕ ਹੋ ਗਏ ਆ। ਜਿਹੜੇ ਨਹੀਂ ਵੀ ਵੀਰ ਹੋਏ ਉਹ ਵੀ ਹੁੰਦੇ ਪਏ ਹੌਲੀ ਹੌਲੀ, ਕਿਉਂਕਿ ਜਦੋਂ ਆਪਾਂ ਪਿੰਡਾਂ ਦੀਆਂ ਕਹਿੰਦੇ ਜਿੱਧਰ ਯੂਥ ਚੱਲ ਜਾਂਦਾ ਉਹ ਪਾਸੇ ਪਲਟ ਜਾਂਦੇ ਆ। ਜੇ ਪਿੰਡਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਤੇ ਪਿੰਡ ਦੇ ਵਿੱਚ ਆਮ ਗੱਲਾਂ ਲੋਕ ਕਰਦੇ ਹੁੰਦੇ, ਸਿਆਣੇ ਬਜ਼ੁਰਗ ਵੀ, ਜਿੱਧਰ ਯੂਥ ਚਲੇ ਗਿਆ ਉਹ ਸਰਪੰਚ ਬਣ ਜਾਣਾ, ਜੋ ਪਾਰਟੀ ਜਿੱਤ ਜਾਣੀ ਆ। ਇੱਥੇ ਹੁਣ ਇਹੀ ਚੀਜ਼ ਆ, ਸਾਰਾ ਯੂਥ ਜਿੰਨਾ ਵੀ ਨੌਜਵਾਨ ਆ ਸਾਰੇ ਇਕੱਤਰ ਹੋ ਗਏ, ਇਕਜੁੱਟ ਹੋ ਗਏ ਆ ਤੇ ਇਸ ਸੰਘਰਸ਼ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਐਨ ਸਾਥ ਦੇ ਰਹੇ ਆ। ਤੇ ਜਿੰਨਾ ਵੀ ਅੱਜ ਇੱਥੇ ਯੂਥ ਆਇਆ ਸਾਰੇ ਨੌਜਵਾਨ ਕਪੂਰਥਲੇ ਇਲਾਕੇ ਦੇ ਇਕੱਠੇ ਹੋਏ ਆ। ਸਾਰਿਆਂ ਦੇ ਵਿੱਚ ਵੱਖਰਾ ਜੋਸ਼ ਆ, ਜਜ਼ਬਾ ਵਾ ਤੇ ਇਹੀ ਜੋਸ਼ ਜਿਹੜਾ ਵਾ ਸਾਨੂੰ ਜਿੱਤ ਵੱਲ ਜ਼ਰੂਰ ਲੈ ਕੇ ਜਾਊਗਾ ਜੀ। ਅੱਛਾ ਡਾਕਟਰ ਸਾਹਿਬ ਤੁਸੀਂ ਕੀ ਕਹੋਗੇ ਜੀ? ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਦਾ ਅੱਜ ਇੱਥੇ ਇਕੱਠ ਹੋਇਆ, ਅਗਰ ਆਏ ਦਿਨ ਰੋਜ਼ ਦੀ ਰੋਜ਼ ਸਾਡੀ ਪਬਲਿਕ, ਸਾਡਾ ਯੂਥ, ਸਾਡੇ ਭਰਾ ਇਸ ਤਰ੍ਹਾਂ ਇਕੱਠੇ ਹੁੰਦੇ ਨੇ ਤੇ ਕੋਈ ਕਾਰਨ ਨਹੀਂ ਦਿਸਦਾ ਜਿਸ ਕਰਕੇ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਨਾ ਹੋਣਾ ਪਏ। ਜਿੱਥੋਂ ਤੱਕ ਬੇਟੀ ਮਨੀਸ਼ਾ ਦਾ ਸਵਾਲ ਹੈ, ਤੁਸੀਂ ਇਹ ਦੇਖੋ ਕਿ ਅਗਰ ਦਲਿਤ ਤੋਂ ਇਲਾਵਾ ਕਿਸੇ ਹੋਰ ਬੇਟੀ ਨਾਲ ਇਹੋ ਹੀ ਕੰਮ ਹੁੰਦਾ ਤੇ ਉਹ ਹੀ ਜਿਹੜੇ ਬੰਦੇ ਉਹ ਰੇਪ ਕਰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਹੜਾ ਨਾ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਾਂਦਾ। ਔਰ ਦੂਜੇ ਪਾਸੇ ਜਦੋਂ ਹੁਣ ਮਨੀਸ਼ਾ ਬੇਟੀ ਨਾਲ ਇਹੋ ਹੀ ਕੰਮ ਹੋਇਆ, ਜਦ ਕਿ ਪਹਿਲੀ ਨਾਲੋਂ ਵੀ ਜ਼ਿਆਦਾ ਘਿਨਾਉਣਾ ਕੰਮ ਹੋਇਆ ਔਰ ਜਿਹੜੇ ਉਹ ਬੰਦੇ ਜਿਨ੍ਹਾਂ ਨੇ ਕੀਤਾ ਉਹ ਆਜ਼ਾਦ ਫਿਰ ਰਹੇ ਨੇ। ਕਦੀ ਕੋਈ ਬਹਾਨਾ ਲਾਇਆ ਜਾਂਦਾ, ਕਦੀ ਕੋਈ ਬਹਾਨਾ ਲਾਇਆ ਜਾਂਦਾ। ਔਰ ਸਭ ਤੋਂ ਮਾੜੀ ਗੱਲ ਕਿ ਉਹਦੇ ਘਰਦਿਆਂ ਨੂੰ ਉਹਦੀਆਂ ਅੰਤਮ ਜਿਹੜਾ ਨਾ ਰਾਈਟਸ ਵੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਔਰ ਅੱਧੀ ਰਾਤ ਨੂੰ ਜਾ ਕੇ ਤੁਸੀਂ, ਕਿਉਂਕਿ ਹਿੰਦੂ ਧਰਮ ਸਾਡਾ ਅਲਾਓ ਨਹੀਂ ਕਰਦਾ ਕਿ ਜਦੋਂ ਸਨ ਸੈੱਟ ਹੋ ਜਾਂਦਾ, ਸੂਰਜ ਡੁੱਬ ਜਾਂਦਾ, ਉਸ ਤੋਂ ਬਾਅਦ ਅਸੀਂ ਲੋਕ ਸੰਸਕਾਰ ਨਹੀਂ ਕਰਦੇ, ਸਭ ਨੂੰ ਪਤਾ ਇਸ ਗੱਲ ਦਾ। ਤੇ ਕੀ ਐਡਾ ਕਾਰਨ ਸੀਗਾ ਕਿ ਅੱਧੀ ਰਾਤ ਨੂੰ ਪੁਲਿਸ ਨੇ ਡੈੱਡ ਬੋਡੀ ਖੜੀ ਸੰਸਕਾਰ ਕਰਤਾ, ਈਵਨ ਉਹਦੀ ਮਾਂ ਨੂੰ ਨਹੀਂ ਜਾਣ ਦਿੱਤਾ, ਉਹਦੇ ਫਾਦਰ ਨੂੰ ਨਹੀਂ ਜਾਣ ਦਿੱਤਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਸੋਚ ਕੀ ਹੈ। ਸੋ ਸਾਡਾ ਜਿਹੜਾ ਇਕੱਠ ਹੈ, ਸਾਡਾ ਜਿਹੜਾ ਇਹ ਹਜੂਮ ਹੈ, ਇਹ ਇੱਕੋ ਹੀ ਗੱਲ ਚਾਹੁੰਦਾ ਹੈ ਕਿ ਆ ਜਿਹੜੀ ਸੋਚ ਹੈ ਇਹ ਬਦਲਣੀ ਚਾਹੀਦੀ ਹੈ। ਇਨਸਾਨ ਜਦੋਂ ਪਰਮਾਤਮਾ ਧਰਤੀ 'ਤੇ ਭੇਜਦਾ ਨਾ ਇਨਸਾਨ ਨੂੰ, ਉਹ ਸਾਰਿਆਂ ਨੂੰ ਇਕੁਅਲ ਭੇਜਦਾ, ਸਭ ਬਰਾਬਰ ਹੈ। ਪਰ ਜਦੋਂ ਅਜੇ ਵਿਚਾਰਾ ਸਕੂਲ ਵੀ ਜਾਣ ਨਹੀਂ ਲੱਗਦਾ ਤੇ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਓਏ ਤੂੰ ਪੰਡਤਾਂ ਦਾ ਮੁੰਡਾ, ਓਏ ਤੂੰ ਦਲਿਤਾਂ ਦੀ ਕੁੜੀਆਂ, ਓਏ ਤੂੰ ਜੱਟਾਂ ਦਾ ਮੁੰਡਾ, ਓਏ, ਜਿਹੜਾ ਕਿ ਬਿਲਕੁਲ ਗਲਤ ਹੈ। ਇਹ ਜਿਹੜੀਆਂ ਗੱਲਾਂ ਨੇ ਸਾਨੂੰ ਸੈਂਕੜੇ ਸਾਲ ਪਿੱਛੇ ਲੈ ਕੇ ਜਾ ਰਹੀਆਂ। ਔਰ ਮੈਂ ਇੱਕ ਗੱਲ ਅੰਤ ਵਿੱਚ ਜ਼ਰੂਰ ਕਹੂੰਗਾ, ਜਿੰਨਾ ਮੇਰਾ ਇੱਥੇ ਵੀਰ ਇਕੱਠਾ ਹੋਇਆ, ਬੱਚਾ ਇਕੱਠਾ ਹੋਇਆ, ਕਿ ਆਓ ਇਹ ਜਿੰਨੀ ਵੀ ਆਪਾਂ ਲੜਾਈ ਲੜ ਰਹੇ ਹਾਂ ਇਹ ਤਾਂ ਮੂਮੈਂਟਰਲੀ ਲੜਾਈ ਹੈ। ਅਗਰ ਤੁਸੀਂ ਇਹਨੂੰ ਪਰਮਾਨੈਂਟਲੀ ਹਮੇਸ਼ਾ ਲਈ ਸੋਲਵ ਕਰਨਾ ਚਾਹੁੰਦੇ ਹੋ, ਪੜ੍ਹਾਈ ਦੀ ਬਾਂਹ ਫੜ ਲਓ।
ਜਿਹੜਾ ਜਦੋਂ ਤੁਹਾਡੇ ਦਿਮਾਗ 'ਚ ਤੁਸੀਂ ਪੜ੍ਹ ਲਿਖ ਗਏ, ਤੁਹਾਨੂੰ ਸਮਝ ਆ ਗਈ ਮੇਰਾ ਹੱਕ ਕੀ ਹੈ, ਮੇਰੀਆਂ ਡਿਊਟੀਆਂ ਕੀ ਹੈ, ਉਦੋਂ ਨਾ ਤਾਂ ਇਹ ਮੋਦੀ ਤੁਹਾਡੇ ਨਾਲ ਧੱਕਾ ਕਰ ਸਕੂਗਾ, ਨਾ ਇਹ ਜਿਹੜਾ ਯੋਗੀ ਧੱਕਾ ਕਰ ਸਕੂਗਾ, ਨਾ ਸਾਡੀਆਂ ਬੱਚੀਆਂ ਦੇ ਨਾਲ ਇਹੋ ਜਿਹੇ ਕੁਕਰਮ ਹੋਣਗੇ। ਅੱਛਾ, ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਲੈਣਾ ਚਾਹੂੰਗਾ। ਅਕਸਰ ਦੇਖਿਆ ਜਾਂਦਾ ਜਦੋਂ ਇਲੈਕਸ਼ਨ ਨੇੜੇ ਆਉਂਦੇ ਆ ਉਦੋਂ ਯੂਥ ਨੂੰ ਭਰਮਾ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਉਹ ਭਰਮਾ ਕੇ ਲੈ ਜਾਂਦੀਆਂ, ਇਕੱਠ ਕਰਦੀਆਂ ਨੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਇਕੱਠ ਜਿਹੜਾ ਹੈਗਾ ਉਹ ਵੋਟ ਬੈਂਕ ਦੇ ਵਿੱਚ ਤਬਦੀਲ ਹੋ ਜਾਂਦਾ। ਇਸ ਵਾਰ ਦਾ ਰੁਝਾਨ ਕੀ ਰਹੇਗਾ? ਜਿਹੜੇ ਇਲੈਕਸ਼ਨ ਆ ਰਹੇ ਆ ਉਹਨਾਂ ਦੇ ਵਿੱਚ ਕੀ ਯੂਥ ਇਕੱਠਾ ਹੋਊਗਾ? ਜਿਹੜੇ ਬਜ਼ੁਰਗ ਨੇ ਉਹ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਜਿੱਦਾਂ ਧੜੇਬੰਦੀਆਂ ਹੁੰਦੀਆਂ ਨੇ, ਕੋਈ ਆਪਣੇ ਆਪ ਨੂੰ ਕਿਸੇ ਪਾਰਟੀ ਨਾਲ ਸੰਬੰਧਿਤ ਦੱਸਦਾ, ਕੋਈ ਆਪਣੇ ਆਪ ਨੂੰ ਕਿਸੇ ਪਾਰਟੀ ਨਾਲ ਸੰਬੰਧਿਤ ਦੱਸਦਾ, ਪਰ ਅਜੋਕੇ ਜਿਹੜੇ ਹਾਲਾਤ ਨੇ ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪਾਰਟੀ ਕਿਸੇ ਲਈ ਕੋਈ ਕੰਮ ਨਹੀਂ ਕਰ ਰਹੀ। ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹ ਰੁਝਾਨ ਕੀ ਰਹੇਗਾ? ਇਸ ਤੇ ਥੋੜਾ ਬੋਲੋ। ਦੇਖੋ, ਜੋ ਹਾਲਾਤ ਜਿਹੜੇ ਪਹਿਲਾਂ ਬਣੇ ਸੀਗੇ, ਜਿੱਦਾਂ ਸਾਡੇ ਬਜ਼ੁਰਗ ਵੀ ਸੀਗੇ ਉਹ ਵੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਸੀਗੇ। ਕੁਛ ਉਹ ਲਫ਼ਜ਼ ਬੋਲਦੇ ਸੀ, ਅਸੀਂ ਪੰਥ ਨਾਲ ਜੁੜੇ ਹਾਂ, ਪਰ ਉਹ ਚੀਜ਼ਾਂ ਬਹੁਤੀਆਂ ਜਿਹੜੀਆਂ ਅੱਜ ਕਲੀਅਰ ਹੋ ਗਈਆਂ। ਕੁਝ ਸਾਡੇ ਜਿਹੜੇ ਪਰਿਵਾਰ ਹੈ ਕਾਂਗਰਸ ਪਾਰਟੀ ਨਾਲ ਜੁੜੇ ਸੀ, ਉਹ ਵੀ ਬਹੁਤ ਚੀਜ਼ਾਂ ਕਲੀਅਰ ਹੋ ਗਈਆਂ। ਆਮ ਆਦਮੀ ਪਾਰਟੀ ਆਈ ਹੈ, ਕੁਝ ਪਰਿਵਾਰ ਉਹਦੇ ਨਾਲ ਵੀ ਜੁੜੇ ਆ, ਜਿਹੜੀ ਰੀਸੈਂਟਲੀ ਆਈ ਹੈ, ਕੁਝ ਪਰਿਵਾਰ ਉਹਦੇ ਨਾਲ ਵੀ ਜੁੜੇ ਆ। ਚਲੋ, ਆਮ ਆਦਮੀ ਪਾਰਟੀ ਦੇ ਕੁਝ ਜ਼ਿਆਦਾ ਜਿਹੜੀਆਂ ਟਿੱਪਣੀਆਂ ਕਰਨ ਨੂੰ ਹੈ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਕਦੇ ਸਰਕਾਰ ਨਹੀਂ ਬਣੀ, ਬੇਸ਼ੱਕ ਉਹ ਵਿਰੋਧੀ ਧਿਰ ਦੇ ਵਿੱਚ ਹੈਗੇ ਆ। ਪਰ ਜੇਕਰ ਆਪਾਂ ਦੇਖੀਏ ਦਿੱਲੀ ਦੇ ਵਿੱਚ ਜੋ ਉਹਨਾਂ ਦਾ ਸਿਸਟਮ ਚੱਲਦਾ ਤਾਂ ਉਹ ਸ਼ਲਾਘਾਯੋਗ ਵੀ ਹੈ, ਅਤੇ ਕੁਝ ਕੰਮ ਜਿਹੜੇ ਹੈ ਪੰਜਾਬ ਗੌਰਮੈਂਟ ਦੇ ਉਹ ਵੀ ਕਿਤੇ ਨਾ ਕਿਤੇ ਕੁਝ ਸ਼ਲਾਘਾਯੋਗ ਹੈ। ਪਰ ਜੋ ਕੁੱਲ ਮਿਲਾ ਕੇ ਆਪਾਂ ਜਿਹੜਾ ਰਿਜ਼ਲਟ ਦੇਖੀਏ ਯੂਥ ਨੂੰ ਭਰਮਾਉਣ ਦਾ ਆ, ਯੂਥ ਨੂੰ ਨਾਲ ਲੈ ਕੇ ਜਾਣ ਦਾ ਆ, ਤੁਸੀਂ ਇੱਕ ਚੀਜ਼ ਨੋਟ ਕਰਿਓ, ਜਿੱਥੇ ਕਿਤੇ ਪਾਰਟੀ ਦੀ ਰੈਲੀ ਹੋਊਗੀ ਉੱਥੇ ਉਹੀ ਯੂਥ ਮਿਲੂਗਾ, ਅਤੇ ਦੂਜੀ ਪਾਰਟੀ ਦੀ ਰੈਲੀ ਦੇਖ ਲਓ ਯੂਥ ਤੁਹਾਨੂੰ ਉੱਥੇ ਵੀ ਉਹੀ ਮਿਲੂਗਾ। ਕਿਉਂਕਿ ਇਹ ਪਾਰਟੀ ਦੇ ਮਗਰ ਨਹੀਂ, ਇੱਕ ਦੂਜੇ ਨਾਲ ਜਿਹੜੀਆਂ ਸਾਂਝਾਂ ਦੇ ਕਰਕੇ ਜਾਂਦੇ ਆ। ਤੇ ਇੱਕ ਬੰਦਾ ਮੰਨ ਲਓ ਮੈਂ ਕਿਸੇ ਪਾਰਟੀ ਦੇ ਨਾਲ ਜੁੜਿਆ, ਮੇਰੇ 4 ਭਰਾ ਨਾਲ ਆ, ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਮੇਰੇ ਨਾਲ ਚੱਲੋ ਜਾਣਗੇ, ਕੱਲ੍ਹ ਨੂੰ ਮੈਂ ਵੀ ਉਹਨਾਂ ਦੇ ਨਾਲ ਜਾਊਂਗਾ ਜੋ ਦੂਜੀ ਪਾਰਟੀ ਦੇ ਨਾਲ ਜੁੜਿਆ। ਸੋ ਇਸ ਕਰਕੇ ਪਾਰਟੀ ਦੇ ਮਗਰ ਘੱਟ, ਆਪਸੀਆਂ ਸਾਂਝਾਂ ਦੇ ਕਰਕੇ ਜਿਹੜਾ ਉਹ ਇਸ ਕਰਕੇ ਉਹ ਜਾ ਰਹੇ ਹੈਗੇ। ਤੁਸੀਂ ਕੀ ਕਹੋਗੇ ਭਾਜੀ? ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ, ਜਿਹੜਾ ਇਹ ਯੂਥ ਇਕੱਠ ਹੋਣ ਦਾ ਕਾਰਨ ਆ ਵੀ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਪਾਰਟੀਆਂ ਦੇ ਗਾਂਹ ਜਾ ਕੇ ਜਿਹੜਾ ਸਾਂਝੇ ਤੌਰ 'ਤੇ ਇਹ ਕਰ ਲੈਂਦੇ ਆ, ਯੂਥ ਜਿਹੜਾ ਆ ਉਹ ਇਕੱਤਰਿਤ ਕਰਕੇ ਜਿਹੜਾ ਪਾਰਟੀ ਨਾਲ ਕਿਤੇ ਨਾ ਕਿਤੇ ਸਮਰਥਨ ਕਰਦੇ ਆ। ਕਿਉਂਕਿ ਇਹ ਜਿਹੜੇ ਸਾਡੇ ਇਕੱਠ ਆ ਅੰਬੇਦਕਰ ਅਧਿਕਾਰ ਸੁਰੱਖਿਆ ਸੈਨਾ ਦੇ ਇਕੱਠ ਆ, ਜਿਹੜੇ ਸਮਾਜਿਕ ਬੁਰਾਈਆਂ ਦੇ ਖਿਲਾਫ ਕੱਢਦੇ ਆ, ਨਾ ਕਿ ਰਾਜਨੀਤਿਕ ਪਾਰਟੀਆਂ ਦੇ ਖਿਲਾਫ। ਕਿਉਂਕਿ ਅਸੀਂ ਹਮੇਸ਼ਾ ਬੁਰਾਈ ਦੇ ਖਿਲਾਫ ਖੜ੍ਹੇ ਹਾਂ ਔਰ ਬੁਰਾਈ ਦੇ ਖਿਲਾਫ ਹੀ ਖੜਾਂਗੇ। ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵਿਤਕਰਾ ਨਹੀਂ ਹੈਗਾ, ਕਿਉਂਕਿ ਅੱਜ ਜਿਹੜੀ ਕੇਂਦਰ ਦੀ ਸਰਕਾਰ ਬੀਜੇਪੀ ਦੀ ਸਰਕਾਰ ਆ, ਉਹ ਸਰਕਾਰ ਦੇ ਹੁੰਦਿਆਂ ਹੋਇਆਂ ਜੋ ਯੂਪੀ ਦੇ ਵਿੱਚ ਵੀ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਆ, ਉਹ ਸਰਕਾਰ ਦੇ ਹੁੰਦਿਆਂ ਹੋਇਆਂ ਜਿਹੜਾ ਸਾਡੇ ਸਮਾਜ ਦੇ ਨਾਲ ਧੱਕਾ ਹੋਇਆ, ਅਸੀਂ ਉਹਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਕਿਉਂਕਿ ਸਰਕਾਰਾਂ ਨਾਕਾਮ ਹੁੰਦੀਆਂ ਨਜ਼ਰ ਆਈਆਂ ਔਰ ਇਸੇ ਤਰ੍ਹਾਂ ਜਿਹੜੀ ਅੱਜ ਕੇਂਦਰ ਦੇ ਵਿੱਚ ਸਰਕਾਰ ਆ, ਬੀਜੇਪੀ ਸਰਕਾਰ ਆ, ਉਹ ਨਾਕਾਮ ਨਜ਼ਰ ਆ ਰਹੀ ਹੈ। ਇਸ ਕਰਕੇ ਉਹਦਾ ਵਿਰੋਧ ਹੋ ਰਿਹਾ, ਕਿਉਂਕਿ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਲੋਕਾਂ ਦੇ ਸੰਵਿਧਾਨਕ ਹੱਕਾਂ ਦੇ ਨਾਲ ਜਿਹੜੀ ਛੇੜਛਾੜ ਹੋ ਰਹੀ ਆ, ਔਰ ਜਿਹੜੇ ਕਿਸਾਨੀ ਮਜ਼ਦੂਰਾਂ ਦੇ ਨਾਲ ਜਿਹੜੀ ਆ ਉਹ ਜਿਹੜਾ ਵਖਰੇਵਾਪਨ ਔਰ ਤਾਨਾਸ਼ਾਹੀ ਰਾਜ ਚਲਾਉਣਾ ਚਾਹ ਰਹੇ ਆ। ਇਸ ਤਰ੍ਹਾਂ ਜਿਹੜਾ ਰਾਜ ਆ ਕਦੇ ਵੀ ਨਹੀਂ ਚੱਲਣ ਦਿਆਂਗੇ, ਕਿਉਂਕਿ ਯੂਥ ਪੜ੍ਹ ਲਿਖ ਚੁੱਕਾ ਆ ਔਰ ਸਮਾਜ ਵੀ ਜਿਹੜਾ ਆ ਉਹ ਜਾਗ ਚੁੱਕਾ ਆ, ਔਰ ਇੱਥੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧਿਤ ਇੱਦਾਂ ਦਾ ਕੋਈ ਇਕੱਠ ਨਹੀਂ ਹੋ ਰਿਹਾ। ਇਹ ਸਿਰਫ ਤੇ ਸਿਰਫ ਧੱਕੇਸ਼ਾਹੀ ਦੇ ਖਿਲਾਫ ਇਕੱਠ ਹੋ ਰਿਹਾ ਜੀ। ਅੱਛਾ ਭਾਈ, ਤੁਸੀਂ ਕੀ ਕਹੋਗੇ? ਦੇਖੋ ਜੀ, ਮੈਂ ਸੱਚਾਈ ਤੋਂ ਤਾਂ ਪਰੇ ਜਾਣਾ ਨਹੀਂ ਚਾਹੁੰਦਾ। ਯੂਥ ਜਿਹੜਾ ਅੱਜ ਦਾ ਆ ਉਹ ਪੜ੍ਹ ਲਿਖ ਗਿਆ ਆ, ਉਹ ਸੂਝਵਾਨ ਹੋ ਗਿਆ, ਉਹਨੂੰ ਸਾਰਾ ਕੁਝ ਪਤਾ ਆ। ਕੁਝ ਇਹੋ ਜਿਹੀ ਸਥਿਤੀ ਆਈ ਸੀ 2007 ਤੋਂ ਲੈ ਕੇ 2017 ਤੱਕ, ਉਦੋਂ ਯੂਥ ਨੂੰ ਸਾਡੇ, ਜੇ ਮੈਂ ਕਿਸੇ ਤੇ ਟਿੱਪਣੀ ਕਰਦਾ ਮੇਰੇ ਖਿਆਲ ਮੈਂ ਉਹਨੂੰ ਕੋਈ ਗੁਨਾਹ ਨਹੀਂ ਕਹੂੰਗਾ, ਮੈਂ ਸੱਚ ਬੋਲਾਂਗਾ। ਕਿਉਂਕਿ ਉਸ ਟਾਈਮ ਤੇ ਕੁਝ ਇਹੋ ਜਿਹੀ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਆਈ ਜਿਹਨੇ ਯੂਥ ਨੂੰ ਨਸ਼ਿਆਂ ਦੇ ਥਰੂ ਲੈ ਕੇ ਆਪਣੇ ਵੱਡੇ ਵੱਡੇ ਇਕੱਠ ਦਿਖਾਉਣੇ ਸ਼ੁਰੂ ਕਰ ਦਿੱਤੇ। ਉਹਦਾ ਰਿਜ਼ਲਟ ਛੇਕੜ ਤੋਂ ਕੀ ਆਇਆ 17 ਦੇ ਵਿੱਚ ਉਹ ਸਭ ਨੂੰ ਪਤਾ ਆ। ਪਰ ਮੈਂ ਕਹੂੰਗਾ ਯੂਥ ਤੇ ਸ਼ਾਬਾਸ਼, ਯੂਥ ਬਹੁਤ ਵਧੀਆ ਇਸ ਟਾਈਮ ਕੰਮ ਕਰ ਰਿਹਾ। ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਇੱਕ ਨਾਲ ਨਹੀਂ, ਸਿਰਫ ਤਾਂ ਸਿਰਫ ਉਹ ਧੱਕਾ ਦੇਖਦਾ ਕਿ ਕਿੱਥੇ ਧੱਕਾ ਹੋ ਰਿਹਾ, ਉੱਥੇ ਅਸੀਂ ਧੱਕੇ ਦਾ ਉਹ ਡਟ ਕੇ ਮੁਕਾਬਲਾ ਕਰਦੇ। ਅਸੀਂ ਉਹਨਾਂ ਦਾ ਬਹੁਤ ਸਾਰਾ ਯੂਥ ਦਾ ਦਿਲੋਂ ਧੰਨਵਾਦ ਕਰਦੇ ਹਾਂ ਔਰ ਇਹਨਾਂ ਨੂੰ ਇਹ ਕਹਿੰਦੇ ਆ ਕਿ ਜਿਵੇਂ ਤੁਸੀਂ ਚੰਗੇ ਕੰਮਾਂ ਲਈ ਚੱਲੇ ਹੋ, ਅਸੀਂ ਬਿਲਕੁਲ ਤੁਹਾਡੇ ਨਾਲ ਹਾਂ। ਇੱਕ ਹੋਰ ਵੀ ਮੈਂ ਐਗਜ਼ਾਮਪਲ ਦੇ ਜਾਵਾਂ ਕਿ ਜਿਵੇਂ ਵਿਜੇ ਸਾਂਪਲਾ ਦਾ ਇੱਕ ਭਤੀਜਾ, ਉਹ ਵੀ ਕਹੂਗਾ ਮੇਰੇ ਨਾਲ ਮਤਲਬ ਯੂਥ ਆ, ਉਹ ਤਾਂ ਭਾਈ ਆਪ ਬਲਾਤਕਾਰੀ ਆ। ਉੱਦਾਂ ਦੇ ਬੰਦਿਆਂ ਤੋਂ ਬਚਣ ਦੀ ਲੋੜ ਆ।
ਤੇ ਯੂਥ ਜਿਹੜਾ ਸਹੀ ਰਸਤੇ ਜਿਵੇਂ ਆ ਪ੍ਰੋਟੈਸਟ ਕਰ ਰਹੇ ਅਸੀਂ ਸਰਕਾਰ ਦੇ ਖਿਲਾਫ, ਇਦਾਂ ਦੇ ਬਹੁਤ ਵਧੀਆ ਪ੍ਰੋਟੈਸਟ ਕਰ ਰਹੇ ਆ। ਇਹ ਯੂਥ ਦਾ ਧੰਨਵਾਦ ਆ। ਸਾਰੇ ਇਕੱਠੇ ਹੋ ਕੇ ਹਮਲਾ ਮਾਰੋ, ਇਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਆਪਾਂ ਡਟ ਕੇ ਆਵਾਜ਼ ਬੁਲੰਦ ਕਰੀਏ, ਇਹ ਸਰਕਾਰ ਦਾ ਚੀਕਾ ਕਢਾ ਦਈਏ। ਅੱਛਾ ਡਾਕਟਰ ਸਾਹਿਬ, ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ? ਅੱਜ ਦਾ ਜਿਹੜਾ ਇਹ ਇਕੱਠ ਸੀ, ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਕਿਸਾਨੀ ਜਿਹੜੇ 3 ਕਾਨੂੰਨ ਬਣਾਏ ਨੇ ਉਹਨਾਂ ਦੇ ਅਤੇ ਮਨੀਸ਼ਾ ਦਾ ਨਾਲ ਜੋ ਵੀ ਮੰਦਭਾਗੀ ਘਟਨਾ ਹੋਈ ਹੈ ਉਹਨਾਂ ਦੇ ਵਿਰੁੱਧ ਸੀ। ਪਰ ਮੈਂ ਇੱਥੇ ਇਹ ਕਹਿਣਾ ਚਾਹਾਂਗਾ, ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ, ਕਿ ਆਓ 22 ਬਹੁਤ ਨਜ਼ਦੀਕ ਆ ਰਿਹਾ, ਵੋਟਾਂ ਆਪਾਂ ਸਭ ਨੇ ਪਾਉਣੀਆਂ ਨੇ, ਸਾਡਾ ਹੱਕ ਹੈ। ਔਰ ਇਹ ਜਿਹੜਾ ਹੱਕ ਹੈ ਸੋਚ ਸਮਝ ਕੇ ਵਰਤਿਓ। ਮੈਂ ਕੁਝ ਨਹੀਂ ਕਹਿੰਦਾ, ਮੈਂ ਕਿਸੇ ਪਾਰਟੀ ਦੀ ਵੀ ਇਸ ਸਟੇਜ ਤੇ ਅੱਜ ਦੇ ਮਾਹੌਲ 'ਚ ਫੇਵਰ ਨਹੀਂ ਕਰਦਾ। ਮੈਂ ਇੱਕੋ ਗੱਲ ਕਹਿਣਾ ਕਿ 72-73 ਸਾਲ ਹੋ ਗਏ ਸਾਨੂੰ 2 ਪਾਰਟੀਆਂ ਨੂੰ ਵੇਖਦਿਆਂ। ਇਹਨਾਂ ਦਾ ਟਰੈਕ ਰਿਕਾਰਡ ਦੇਖ ਲਿਓ। 6 ਸਾਲ ਹੋ ਗਏ ਮੋਦੀ ਜੀ ਨੂੰ ਸੈਂਟਰ 'ਚ, ਉਹਨਾਂ ਦਾ ਟਰੈਕ ਰਿਕਾਰਡ ਦੇਖ ਲਓ। ਯੂਪੀ ਦੇ ਵਿੱਚ 3.5 ਸਾਲ ਹੋ ਗਏ ਯੋਗੀ ਜੀ ਨੂੰ, ਉਹਨਾਂ ਦਾ ਟਰੈਕ ਰਿਕਾਰਡ ਦੇਖ ਲਓ। ਤੇ ਤੀਜੀ ਜਿਹੜੀ ਪਾਰਟੀ ਪੰਜਾਬ 'ਚ ਇਸ ਵੇਲੇ ਚੱਲ ਰਹੀ ਹੈ, ਆਮ ਆਦਮੀ ਪਾਰਟੀ, ਉਹਨਾਂ ਦਾ ਜਿਹੜਾ 6 ਸਾਲ ਦਾ ਦਿੱਲੀ 'ਚ ਟਰੈਕ ਰਿਕਾਰਡ ਹੈ ਉਹ ਦੇਖ ਲਿਓ। ਫਿਰ ਜਿਹੜਾ ਤੁਹਾਨੂੰ ਸਭ ਤੋਂ ਚੰਗਾ ਲੱਗੇ ਉਹਨੂੰ ਜ਼ਰੂਰ ਵੋਟ ਪਾਓ, ਔਰ ਵੋਟ ਜ਼ਰੂਰ ਪਾਓ। ਸੋ ਦੇਖਿਆ ਤੁਸੀਂ, ਬੁਲਾਰਿਆਂ ਦਾ ਕਹਿਣਾ ਹੈ ਕਿ ਉਹ ਮਨੀਸ਼ਾ ਭੈਣ ਨੂੰ ਅਤੇ ਪੰਜਾਬ ਦੀ ਕਿਸਾਨੀ ਨੂੰ, ਭਾਰਤ ਦੀ ਕਿਸਾਨੀ ਨੂੰ ਜਿਹੜਾ ਉਸ ਦਾ ਬਣਦਾ ਹੱਕ ਦਵਾ ਕੇ ਰਹਿਣਗੇ। ਜੇਕਰ ਸਰਕਾਰਾਂ ਵੱਲੋਂ ਇਹ ਬਿੱਲ ਰੱਦ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਕਿ ਹੋਰ ਵੱਡਾ ਹੰਗਾਮਾ ਜਿਹੜਾ ਹੈਗਾ ਵਿੱਢਿਆ ਜਾਵੇ। ਅਤੇ ਦੂਜੇ ਪਾਸੇ ਮਨੀਸ਼ਾ ਭੈਣ ਨੂੰ ਵੀ ਜੇਕਰ ਯੋਗੀ ਸਰਕਾਰ ਵੱਲੋਂ ਇਨਸਾਫ ਨਾ ਦਿੱਤਾ ਗਿਆ ਤਾਂ ਹੋ ਸਕਦਾ ਕਿ ਉੱਥੇ ਵੀ ਇੱਟ ਨਾਲ ਇੱਟ ਜਿਹੜੀ ਹੈਗੀ ਵਜਾ ਦਿੱਤੀ ਜਾਵੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ। ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।